ਹੈਲੋ एवरीवन ਵੈਲਕਮ ਟੂ ਦ ਚੈਨਲ ਸਟੱਡੀ ਵਿਦ ਪੂਜਾ। ਸੋ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਜਿੰਨੇ ਵੀ ਮਾਸਟਰ ਕੇਡਰ ਦੇ ਵਿੱਚ ਲਾਸਟ ਈਅਰਸ ਦੇ ਵਿੱਚ ਕੁਐਸਚਨ ਆਏ ਹੋਏ ਆ ਪਲਾਂਟ ਕਿੰਗਡਮ ਤੋਂ ਆਪਾਂ ਉਹਨਾਂ ਦੇ ਬਾਰੇ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਸੋ ਇੰਪੋਰਟੈਂਟ ਕੁਐਸਚਨਸ ਹੈ, ਧਿਆਨ ਦੇ ਨਾਲ ਕਰਨਾ। ਸਟਾਰਟ ਕਰਦੇ ਹਾਂ। ਸਭ ਤੋਂ ਫਸਟ ਪਹਿਲਾ ਕੁਐਸਚਨ ਹੈ ਵਿਚ ਵਨ ਆਫ ਦ ਫੋਲੋਇੰਗ ਇਜ਼ ਨਾਟ ਹੀਟੀਰੋਸਪੋਰਸ, ਕਿ ਇਹਨਾਂ ਵਿੱਚੋਂ ਕਿਹੜਾ ਇੱਦਾਂ ਦਾ ਹੈ ਜਿਹੜਾ ਕਿ ਹੀਟੀਰੋਸਪੋਰਸ ਨਹੀਂ ਹੁੰਦਾ, ਮਤਲਬ ਜਿਨ੍ਹਾਂ ਦੇ ਸਪੋਰਸ ਜਿਹੜੇ ਹੈਗੇ ਆ ਉਹ ਡਿਫਰੈਂਟ ਨਹੀਂ ਹੁੰਦੇ, ਸੇਮ ਹੁੰਦੇ ਆ। ਐਗਜ਼ਾਮਪਲਸ ਹੈਗੇ, ਆਪਸ਼ਨਸ ਹੈਗੇ ਇਹਦੀ ਸਿਲਾਜੀਨੀਲਾ, ਪਾਈਨਸ, ਡਰਾਇਓਪਟੇਰਿਸ ਐਂਡ ਮਾਰਸੀਲੀਆ। ਸੋ ਸਿਲਾਜੀਨੀਲਾ, ਪਾਈਨਸ ਐਂਡ ਮਾਰਸੀਲੀਆ ਜਿਹੜੇ ਹੈਗੇ ਆ ਇਹ ਹੀਟੀਰੋਸਪੋਰਸ ਹੁੰਦੇ ਆ। ਸੋ ਸਿਰਫ ਡਰਾਇਓਪਟੇਰਿਸ ਹੀ ਇੱਕ ਇੱਦਾਂ ਦਾ ਹੈਗਾ ਆ ਜਿਹੜਾ ਹੋਮੋਸਪੋਰਸ ਫਾਰਮ ਦੇ ਵਿੱਚ ਹੁੰਦਾ। ਸੋ ਆਪਣੀ ਆਪਸ਼ਨ ਹੈਗੀ ਆਪਸ਼ਨ ਸੀ, ਡਰਾਇਓਪਟੇਰਿਸ ਜਿਹੜਾ ਹੈ ਉਹ ਹੀਟੀਰੋਸਪੋਰਸ ਨਹੀਂ ਹੈ, ਹੋਮੋਸਪੋਰਸ ਹੈ। ਸੈਕਿੰਡ ਹੈ in some of the pteridophytes and gymnosperms, the sporophylls aggregate at the apex of main stem or its branches to form the definite compact structure at the apex of the main stem। ਠੀਕ ਹੈ ਕਿ ਜਿਹੜੇ ਕੁਛ ਟੈਰੀਡੋਫਾਈਟਸ ਔਰ ਜਿਮਨੋਸਪਰਮਸ ਹੁੰਦੇ ਆ ਉਹਨਾਂ ਦੇ ਵਿੱਚ ਕੀ ਹੁੰਦਾ, ਉਹ ਆਪਣੀ ਜਿਹੜੀ ਮੇਨ ਸਟੈਮ ਹੁੰਦੀ ਆ ਉਹਨਾਂ ਦੇ ਐਕਸਿਸ ਪਾਰਟਸ ਦੇ ਉੱਤੇ ਆਪਣੇ ਸਪੋਰੋਫਿਲਸ ਪ੍ਰੋਡਿਊਸ ਕਰਦੇ ਆ। ਠੀਕ ਹੈ, ਇੱਕ ਕੰਪੈਕਟ ਸਟਰਕਚਰ ਜਾਂ ਬ੍ਰਾਂਚਿਸ ਦੇ ਉੱਤੇ ਇੱਕ ਕੰਪੈਕਟ ਸਟਰਕਚਰ ਬਣਾਉਂਦੇ ਹੈਗੇ ਆ। ਠੀਕ ਹੈ, ਹੁਣ ਕਹਿੰਦੇ ਕਿ ਉਹ ਜਿਹੜਾ ਕੰਪੈਕਟ ਸਟਰਕਚਰ ਹੈਗਾ ਆ ਉਹ ਕੀ ਹੁੰਦਾ, ਉਹਨੂੰ ਅਸੀਂ ਕੀ ਕਹਿੰਦੇ ਹਾਂ, ਸਪੋਰੈਂਜੀਅਮ ਸੋਰਸ। ਸੀ ਆਪਸ਼ਨ ਹੈ ਸਪੋਰੈਂਜੋਸਪੋਰ, ਡੀ ਆਪਸ਼ਨ ਹੈ ਸਟੋਬਲਸ ਔਰ ਕੋਨ। ਸੋ ਇਹਦੀ ਆਪਸ਼ਨ ਆਏਗੀ ਆਪਸ਼ਨ ਏ, ਸਪੋਰੈਂਜੀਅਮ। ਠੀਕ ਹੈ, ਸਪੋਰੈਂਜੀਅਮ ਜਿਹੜਾ ਹੈਗਾ ਉਹ ਇੱਕ ਕੰਪੈਕਟ ਸਟਰਕਚਰ ਬਣਦਾ ਆ ਟੈਰੀਡੋਫਾਈਟਸ ਔਰ ਜਿਮਨੋਸਪਰਮਸ ਦੇ ਸਟੈਮ ਦੇ ਮੇਨ ਐਪਿਕਸ ਦੇ ਉੱਤੇ। ਠੀਕ ਹੈ, ਔਰ ਜਿਹੜਾ ਸਟਰਕਚਰ ਬਣਦਾ ਉਹ ਕੀ ਹੈਗਾ, ਸਪੋਰੈਂਜੀਅਮ ਬਣਦਾ ਆ। ਠੀਕ ਹੈ, ਥਰਡ ਕੁਐਸਚਨ ਹੈ ਐਟ ਵਿਚ ਪਰਟੀਕੂਲਰ ਸਟੇਜ ਆਫ ਦ ਡਿਵੈਲਪਮੈਂਟ ਇਨ ਦ ਹਿਸਟਰੀ ਆਫ ਮੋਸਿਸ ਮਿਓਸਿਸ ਡਿਵੀਜ਼ਨ ਟੇਕ ਪਲੇਸ, ਕਿ ਕਿਹੜੀ ਇੱਦਾਂ ਦੀ ਸਟੇਜ ਹੁੰਦੀ ਆ ਡਿਵੈਲਪਮੈਂਟ ਸਟੇਜ ਜਿਹਦੇ ਵਿੱਚ ਕਿ ਮਿਓਸਿਸ ਦੇ ਵਿੱਚ ਜਿਹੜੀ ਮੋਸ ਹੈਗੇ ਉਹਨਾਂ ਦੇ ਵਿੱਚ ਮਿਓਸਿਸ ਡਿਵੀਜ਼ਨ ਹੁੰਦੀ ਆ। ਠੀਕ ਹੈ, ਮੋਸ ਕੀ ਹੁੰਦੇ ਆ, ਮੋਸ ਬ੍ਰਾਇਓਫਾਈਟਸ ਜਾਂਦੇ ਆ, ਲਿਵਰਵਰਟ ਔਰ ਮੋਸਿਸ ਹੁੰਦੇ ਨਾ। ਸੋ ਮੋਸ ਕੀ ਹੈਗੇ ਆ, ਬ੍ਰਾਇਓਫਾਈਟਸ ਆ। ਠੀਕ ਹੈ, ਕਿਹੜੀ ਪਰਟੀਕੂਲਰ ਸਟੇਜ ਹੈਗੀ ਆ ਜਿਹਦੇ ਵਿੱਚ ਕਿ ਮਿਓਸਿਸ ਕਰਨਗੇ, ਸਪੋਰ ਫਾਰਮੇਸ਼ਨ, ਗੈਮੀਟ ਫਾਰਮੇਸ਼ਨ, ਸਪੋਰ ਜਰਮੀਨੇਸ਼ਨ, ਐਮਥ੍ਰੀਡੀਆ ਜਾਂ ਆਰਕੀਗੋਨੀਆ ਫਾਰਮੇਸ਼ਨ। ਸੋ ਇਹਦੀ ਆਪਸ਼ਨ ਆਏਗੀ ਆਪਸ਼ਨ ਏ, ਸਪੋਰ ਫਾਰਮੇਸ਼ਨ। ਹੁਣ ਦੇਖੋ ਜਿਹੜੇ ਮੋਸਿਸ ਹੁੰਦੇ ਉਹਨਾਂ 'ਚ ਦੋ ਸਟੇਜਿਸ ਹੁੰਦੀਆਂ, ਇੱਕ ਹੁੰਦੀ ਲੀਫੀ ਸਟੇਜ, ਦੂਸਰੀ ਹੁੰਦੀ ਆ ਪ੍ਰੋਟੋਨੀਮਾ ਸਟੇਜ। ਠੀਕ ਹੈ, ਪਹਿਲੀ ਸਟੇਜ ਜਿਹੜੀ ਹੁੰਦੀ ਆ ਉਹਦੇ ਵਿੱਚ ਸਪੋਰਸ ਬਣਦੇ ਹੈਗੇ ਆ। ਠੀਕ ਹੈ, ਸਪੋਰਸ ਬਾਅਦ ਵਿੱਚ ਜਿਹੜੇ ਹੈਗੇ ਉਹ ਡਿਵੈਲਪ ਹੋ ਜਾਂਦੇ ਆ ਅਤੇ ਇੱਕ ਪ੍ਰੋਪਰ ਸਟਰਕਚਰ ਬਣਾਉਂਦੇ, ਫੁੱਟਸੀਟਾ ਕੈਪਸੂਲ ਵਾਲਾ ਸਟਰਕਚਰ ਬਣਾਉਂਦੇ ਹੈਗੇ ਆ। ਠੀਕ ਹੈ, ਸੋ ਸਪੋਰ ਫਾਰਮੇਸ਼ਨ ਇਹਦੀ ਜਿਹੜੀ ਹੈਗੀ ਆ ਉਹ ਆਪਸ਼ਨ ਆਏਗੀ ਆਪਸ਼ਨ ਏ। ਫਿਰ ਹੈ ਫੋਰਥ ਕੁਐਸਚਨ, ਵਿਚ ਆਫ ਦ ਫੋਲੋਇੰਗ ਇਜ਼ ਅ ਕਾਮਨ ਮਲਟੀ ਸੈਲੂਲਰ ਫੰਜਾਈ ਫਿਲਾਮੈਂਟਸ ਐਲਗੀ ਐਂਡ ਦ ਪ੍ਰੋਟੋਨੀਮਾ ਆਫ ਮੋਸਿਸ, ਕਿ ਫੰਜਾਈ ਹੋਗੀ, ਐਲਗੀ ਹੋਗੀ ਔਰ ਪ੍ਰੋਟੋਨੀਮਾ ਸਟੇਜ ਜਿਹੜੀ ਹੈਗੀ ਮੋਸਿਸ ਦੀ, ਪ੍ਰੋਟੋਨੀਮਾ ਜਿਹੜੇ ਹੁੰਦੇ ਆ ਮੋਸ ਦੇ ਵਿੱਚ। ਹੁਣ ਇਹਨਾਂ ਸਭ ਦੇ ਵਿੱਚ ਕਿਹੜੀ ਚੀਜ਼ ਕਾਮਨ ਪਾਈ ਜਾਂਦੀ ਹੈ, ਡਿਪਲੋਂਟਿਕ ਲਾਈਫ ਸਾਈਕਲ ਹੁੰਦਾ ਸਾਰਿਆਂ ਦਾ, ਮਲਟੀਪਲੀਕੇਸ਼ਨ ਬਾਈ ਫਰੈਗਮੈਂਟੇਸ਼ਨ, ਕਿ ਫਰੈਗਮੈਂਟੇਸ਼ਨ ਦੇ ਦੌਰਾਨ ਹੀ ਮਲਟੀਪਲਾਈ ਕਰਦੇ ਹੈਗੇ ਆ, ਜਾਂ ਮੋਡ ਆਫ ਨਿਊਟ੍ਰੀਸ਼ਨ ਇਹਨਾਂ ਦੀ ਸੇਮ ਹੁੰਦੀ ਆ, ਜਾਂ ਇਹਨਾਂ ਦੇ ਇਹ ਸਾਰੇ ਪਲਾਂਟੀ ਦੇ ਮੈਂਬਰਸ ਹੈਗੇ ਆ। ਸੋ ਇਹ ਤਾਂ ਚਲੋ ਹੈਗੇ ਆ, ਬਟ ਜਿਹਦਾ ਫੰਜਾਈ ਆ ਇਹ ਅਲੱਗ ਆ ਜਾਂਦੀ ਆ, ਇਹਦੇ ਵਿੱਚ ਨਹੀਂ ਇਨਕਲੂਡ ਕਰਦੇ ਹੈਗੇ। ਠੀਕ ਹੈ, ਸੋ ਇਹਦੀ ਆਪਸ਼ਨ ਹੈਗੀ ਆਪਸ਼ਨ ਬੀ, ਮਲਟੀਪਲੀਕੇਸ਼ਨ ਬਾਈ ਫਰੈਗਮੈਂਟੇਸ਼ਨ, ਕਿ ਜਿੱਦਾਂ ਹੁਣ ਐਲਗੀ ਆ, ਐਲਗੀ 'ਚ ਅਗਰ ਆਪਾਂ ਸਪਾਇਰੋਗੈਰਾ ਵਗੈਰਾ ਦੀ ਗੱਲ ਕਰੀਏ ਤਾਂ ਉਹ ਫਰੈਗਮੈਂਟੇਸ਼ਨ ਦੇ ਦੌਰਾਨ ਹੀ ਡਿਵੈਲਪ ਕਰਦੇ ਹੈਗੇ ਆ। ਮੋਸਿਸ 'ਚ ਵੀ ਇਹ ਹੁੰਦੀ ਹੈਗੀ ਆ ਔਰ ਫੰਜਾਈ 'ਚ ਵੀ ਹੁੰਦੀ ਆ। ਸੋ ਮਲਟੀਪਲੀਕੇਸ਼ਨ ਬਾਈ ਫਰੈਗਮੈਂਟੇਸ਼ਨ ਜਿਹੜੀ ਬੀ ਆਪਸ਼ਨ ਹੈ ਇਹਦੀ ਕਰੈਕਟ ਆਪਸ਼ਨ ਹੈ। ਫਿਰ ਕਰਦੇ ਹੈਗੇ ਆ ਫਿਫਥ ਕੁਐਸਚਨ। ਫਿਫਥ ਕੁਐਸਚਨ ਕੀ ਹੈਗਾ, ਵਟ ਇਜ਼ ਕਾਮਨ ਇਨ ਆਲ ਦ ਥਰੀ, ਫੁਨੀਰੀਆ, ਡਰਾਪਟੈਰਿਸ ਐਂਡ ਗਿੰਕਗੋ। ਫੁਨੀਰੀਆ, ਡਰਾਪਟੈਰਿਸ ਅਤੇ ਗਿੰਕਗੋ ਇਹਨਾਂ 'ਚ ਕੀ ਕਾਮਨ ਚੀਜ਼ ਪਾਈ ਜਾਂਦੀ ਹੈਗੀ ਆ। ਹੁਣ ਫਸਟ ਹੈ ਪ੍ਰੈਜ਼ੈਂਸ ਆਫ ਆਰਕੀਗੋਨੀਆ, ਫਿਰ ਹੈ ਵੈਲ ਡਿਵੈਲਪਡ ਵਾਸਕੂਲਰ ਟਿਸ਼ੂਜ਼, ਇੰਡੀਪੈਂਡੈਂਟ ਗੈਮੀਟੋਫਾਈਟ, ਡਿਪੈਂਡੈਂਟ ਸਪੋਰੋਫਾਈਟ। ਕਿ ਹੁਣ ਫੁਨੇਰੀਆ, ਡਰਾਇਓਪਟੇਰਿਸ ਜਾਂ ਗਿੰਕਗੋ ਜਿਹੜੇ ਹੈਗੇ ਆ, ਠੀਕ ਹੈ, ਗਿੰਕਗੋ ਆ ਜਾਂਦਾ ਹੈ ਆਪਣੀ ਜ਼ਿਮਨੋਸਪਰਮ ਦੇ ਵਿੱਚ, ਇਹ ਆ ਜਾਂਦੇ ਹੈਗੇ ਆ ਆਪਣੀ ਟੈਰੀਡੋਫਾਈਟਸ ਵਗੈਰਾ 'ਚ ਆ ਜਾਂਦੇ। ਸੋ ਹੁਣ ਕਹਿੰਦੇ ਕਿ ਇਹਨਾਂ ਦੇ ਵਿੱਚ ਕੀ ਜਿਹੜਾ ਆ ਕਾਮਨ ਆ, ਕਿ ਆਰਕੀਗੋਨੀਆ ਹੈਗੇ ਇਹਨਾਂ ਦੇ ਵਿੱਚ, ਜਾਂ ਇਹਨਾਂ 'ਚ ਵਾਸਕੂਲਰ ਟਿਸ਼ੂ ਜਿੱਦਾਂ ਜ਼ਾਈਲਮ ਫਲੋਇਮ ਪ੍ਰੋਪਰ ਪ੍ਰੈਜ਼ੈਂਟ ਹੈਗੇ ਆ, ਜਾਂ ਇਹ ਇੰਡੀਪੈਂਡੈਂਟ ਗੈਮੀਟੋਫਾਈਟ ਆ ਕਿ ਸਪੋਰਸ 'ਤੇ ਸਪੋਰੋਫਾਈਟ 'ਤੇ ਡਿਪੈਂਡ ਹੀ ਨਹੀਂ ਕਰਦੇ, ਜਾਂ ਇਹਨਾਂ ਦੇ ਸਪੋਰੋਫਾਈਟ ਡਿਪੈਂਡੈਂਟ ਹੁੰਦੇ ਆ ਗੈਮੀਟੋਫਾਈਟ 'ਤੇ। ਸੋ ਇਹਦੀ ਆਪਸ਼ਨ ਹੈਗੀ ਆਪਸ਼ਨ ਏ, ਪ੍ਰੈਜ਼ੈਂਸ ਆਫ ਆਰਕੀਗੋਨੀਆ, ਕਿ ਫੁਨੀਰੀਆ 'ਚ ਵੀ ਆਰਕੀਗੋਨੀਆ ਪ੍ਰੈਜ਼ੈਂਟ ਹੁੰਦਾ, ਡਰਾਇਓਪਟੇਰਿਸ 'ਚ ਵੀ ਔਰ ਗਿੰਕਗੋ 'ਚ ਵੀ। ਠੀਕ ਹੈ, ਆਰਕੀਗੋਨੀਆ ਜਿਹੜਾ ਹੈਗਾ ਆ ਇਹ ਫੀਮੇਲ ਪਾਰਟ ਪ੍ਰੈਜ਼ੈਂਟ ਹੁੰਦਾ ਆ। ਠੀਕ ਹੈ, ਔਰ ਇਹ ਪ੍ਰੈਜ਼ੈਂਸ ਹੈਗੀ ਆ ਤਿੰਨੋਂ ਦੇ ਵਿੱਚ ਹੀ ਪ੍ਰੈਜ਼ੈਂਟ ਹੁੰਦਾ ਆ। ਫਿਰ ਹੈ ਗੈਮੀਟੋਫਾਈਟ ਇਜ਼ ਨਾਟ ਇੰਡੀਪੈਂਡੈਂਟ ਫ੍ਰੀ ਲਿਵਿੰਗ ਜਨਰੇਸ਼ਨ ਇਨ, ਕਿ ਜਿਹੜਾ ਗੈਮੀਟੋਫਾਈਟ ਆ ਮਤਲਬ ਜਿਹੜੇ ਗੈਮੀਟ ਬਣਦੇ ਹੈਗੇ ਆ ਮੇਲ ਫੀਮੇਲ ਗੈਮੀਟੋਫਾਈਟ ਦੇ ਦੌਰਾਨ ਬਣਦੇ। ਹੁਣ ਕਹਿੰਦੇ ਇਹ ਇੰਡੀਪੈਂਡੈਂਟ ਨਹੀਂ ਆ, ਮਤਲਬ ਡਿਪੈਂਡ ਕਰੇਗਾ ਕਿਹਦੇ ਉੱਤੇ ਡਿਪੈਂਡ ਕਰੇਗਾ, ਸਪੋਰੋਫਾਈਟ ਦੇ ਉੱਤੇ ਡਿਪੈਂਡ ਕਰੇਗਾ। ਔਰ ਫ੍ਰੀ ਲਿਵਿੰਗ ਜਨਰੇਸ਼ਨ ਹੋਏਗੀ ਕਿਹਦੇ ਵਿੱਚ, ਪੋਲੀਟ੍ਰਿਕਮ 'ਚ, ਐਡੀਐਂਟਮ 'ਚ, ਮਾਰਕੈਂਚੀਆ 'ਚ, ਕਿ ਪਾਈਨਸ ਦੇ ਵਿੱਚ। ਸੋ ਇਹਦੀ ਆਪਸ਼ਨ ਆਏਗੀ ਆਪਸ਼ਨ
ਡੀ ਪਾਈਨਸ, ਪਾਈਨਸ ਦੇ ਵਿੱਚ ਇਹ ਇੰਡੀਪੈਂਡੈਂਟ ਨਹੀਂ ਹੁੰਦੇ ਹੈਗੇ, ਠੀਕ ਹੈ, ਡਿਪੈਂਡ ਕਰਦੇ ਆ ਸਪੋਰੋਫਾਈਟਸ ਦੇ ਉੱਤੇ। ਫਿਰ ਹੈ 7th ਕੁਐਸਚਨ ਵਿੱਚ ਐਕੁਆਟਿਕ ਫਰਨ ਪਰਫੋਰਮ ਦਾ ਨਾਈਟ੍ਰੋਜਨ ਫਿਕਸੇਸ਼ਨ, ਕਿਹੜਾ ਐਕੁਆਟਿਕ ਫਾਰਮ 'ਚ ਜਿਹੜਾ ਫਰਨ ਹੈ ਉਹ ਨਾਈਟ੍ਰੋਜਨ ਫਿਕਸੇਸ਼ਨ ਕਰਨ ਦਾ ਕੰਮ ਕਰਦਾ। ਬੇਸਿਕਲੀ ਤਾਂ ਨਾਈਟ੍ਰੋਜਨ ਫਿਕਸੇਸ਼ਨ ਟੈਰੈਸਟਰੀਅਲ ਪਲਾਂਟਸ ਦੇ ਵਿੱਚ ਜ਼ਿਆਦਾ ਹੁੰਦੀ ਹੈ ਕਿਉਂਕਿ ਲੈਗਿਊਮੀਨਸ ਪਲਾਂਟ ਵਗੈਰਾ ਨੋਡਿਊਲਸ ਪ੍ਰੈਜ਼ੈਂਟ ਹੁੰਦੇ ਉਹਨਾਂ ਦੇ ਵਿੱਚ, ਬਟ ਇਹ ਐਕੁਆਟਿਕ ਵਾਟਰ ਦੇ ਵਿੱਚ ਪਾਇਆ ਜਾਣ ਵਾਲਾ ਫਰਨ ਹੈ ਔਰ ਇਹਦੇ ਵਿੱਚ ਕੌਣ ਜਿਹੜਾ ਹੈਗਾ ਫਰਨ ਨਾਈਟ੍ਰੋਜਨ ਫਿਕਸੇਸ਼ਨ ਕਰ ਪਾਉਂਦਾ ਆ, ਅਜ਼ੋਲਾ, ਨੋਸਟੋਕ, ਸਾਲਵੀਆ ਔਰ ਸਾਲਵੀਨੀਆ। ਇਹਦੀ ਆਪਸ਼ਨ ਹੈਗੀ ਆਪਸ਼ਨ ਏ ਅਜ਼ੋਲਾ, ਠੀਕ ਹੈ। ਅਜ਼ੋਲਾ ਐਨਾਬੀਨਾ ਦੇ ਨਾਲ ਜਦੋਂ ਫਰਨ ਐਨਾਬੀਨਾ ਦੇ ਨਾਲ ਸਿੰਬਾਇਟਿਕ ਐਸੋਸੀਏਸ਼ਨ ਕਾਜ਼ ਕਰਦਾ ਆ ਤਾਂ ਅਜ਼ੋਲਾ ਫੰਕਸ਼ਨ ਕਰਦਾ ਐਜ਼ ਅ ਨਾਈਟ੍ਰੋਜਨ ਫਿਕਸੇਸ਼ਨ, ਠੀਕ ਹੈ, ਨਾਈਟ੍ਰੋਜਨ ਫਿਕਸੇਸ਼ਨ ਕਰਨ ਦੇ ਵਿੱਚ ਇਹ ਕੰਮ ਕਰਦਾ ਆ। ਫਿਰ ਹੈ 8th ਕੁਐਸਚਨ, ਇਹ ਵੀ ਪ੍ਰੀਵੀਅਸ ਈਅਰਸ ਜਿਹੜੇ ਕੁਐਸਚਨ ਪੇਪਰ ਹੈ ਜਿਹਦਾ 60 ਵਾਲਾ ਕੁਐਸਚਨ ਪੇਪਰ ਆਇਆ ਸੀ ਆਪਾਂ ਨੂੰ, ਉਹਦੇ ਵਿੱਚ ਇਹ ਆਏ ਹੋਏ ਆ ਕਿ ਕੈਲਪਸ ਇਜ਼ ਓਬਟੇਨਡ ਫਰੋਮ, ਕੈਲਪਸ ਕਿੱਥੋਂ ਮਿਲਦਾ ਆ ਸਾਨੂੰ, ਟੈਰੈਸਟਰੀਅਲ ਐਲਗੀ ਤੋਂ, ਮੈਰੀਨ ਐਲਗੀ ਤੋਂ, ਐਕੁਆਟਿਕ ਐਲਗੀ ਤੋਂ ਕਿ ਲਿਕਨਸ ਤੋਂ। ਸੋ ਕੈਲਪਸ ਜਿਹੜੀ ਹੈਗੀ ਉਹ ਮੈਰੀਨ ਐਲਗੀ ਤੋਂ ਮਿਲਦੇ ਆ। ਫਿਰ ਹੈ यूनिक फीचर्स ऑफ ब्रायोफाइट्स एज कंपेयर्ड टू अदर ग्रीन प्लांट ग्रुप इज़ दैट कि ब्रायोफाइट ਦੇ ਵਿੱਚ ਕੁਝ ਅਲੱਗ ਕਰੈਕਟਰਸ ਕੀ ਯੂਨੀਕ ਫੀਚਰਸ ਕੀ ਹੈਗੇ ਆ ਜਿਹੜੇ ਬਾਕੀ ਦੇ ਗ੍ਰੀਨ ਪਲਾਂਟਸ ਤੋਂ ਉਹਨੂੰ ਅਲੱਗ ਕਰਦੇ ਆ। ਦੇ ਪ੍ਰੋਡਿਊਸ ਸਪੋਰਸ, ਕਿ ਬਰਾਇਓਫਾਈਟਸ ਸਪੋਰ ਪ੍ਰੋਡਿਊਸ ਕਰਦੇ ਆ, ਉਹਨਾਂ 'ਚ ਵਾਸਕੂਲਰ ਸਿਸਟਮ ਨਹੀਂ ਹੁੰਦਾ ਹੈਗਾ, ਰੂਟਸ ਨਹੀਂ ਹੁੰਦੀਆਂ ਉਹਨਾਂ 'ਚ, ਦੇ ਲੈਕ ਰੂਟਸ ਦੀ ਕਮੀ ਆ, ਕਿ ਦੇਅਰ ਸਪੋਰੋਫਾਈਟ ਇਜ਼ ਅਟੈਚ ਟੂ ਗੈਮੀਟੋਫਾਈਟ, ਕਿ ਉਹਨਾਂ ਦੇ ਗੈਮੀਟੋਫਾਈਟ ਸਪੋਰੋਫਾਈਟਸ ਨਾਲ ਅਟੈਚ ਹੁੰਦੇ ਆ। ਸੋ ਇਹਦੀ ਆਪਸ਼ਨ ਹੈਗੀ ਆਪਸ਼ਨ ਡੀ, ਕਿ ਜਿਹੜਾ ਬਰਾਇਓਫਾਈਟਸ ਹੈ, ਠੀਕ ਹੈ, ਬਰਾਇਓਫਾਈਟਸ 'ਚ ਕੀ ਆ ਜਾਂਦੇ ਹੈਗੇ ਆ, ਲਿਵਰਵਰਟਸ ਔਰ ਮੋਸਿਸ ਵਗੈਰਾ ਆ ਜਾਂਦੇ, ਮਾਰਕੈਂਚੀਆ ਵਗੈਰਾ ਜਿਹੜਾ ਆਪਾਂ ਪੜ੍ਹਦੇ ਹਾਂ, ਉਹਨਾਂ 'ਚ ਜਿਹੜੇ ਸਪੋਰੋਫਾਈਟ ਹੈਗੇ ਆ ਉਹ ਗੈਮੀਟੋਫਾਈਟ ਦੇ ਨਾਲ ਅਟੈਚ ਰਹਿੰਦੇ ਹੈਗੇ ਆ, ਠੀਕ ਹੈ, ਅਲੱਗ ਨਹੀਂ ਹੁੰਦੇ, ਅਟੈਚ ਰਹਿੰਦੇ ਆ। ਸੋ ਇਸ ਕਰਕੇ ਆਪਸ਼ਨ ਆਏਗੀ ਆਪਸ਼ਨ ਡੀ, ਠੀਕ ਹੈ। ਰੂਟ ਜਿਹੜੀਆਂ ਹੈਗੀਆਂ ਉਹਨਾਂ ਦੀ ਕਮੀ ਹੁੰਦੀ ਆ, ਠੀਕ ਹੈ, ਉਹ ਤਾਂ ਬਾਕੀ ਕਈ ਪਲਾਂਟਸ 'ਚ ਵੀ ਹੁੰਦੀ ਆ। ਸੋ ਆਪਸ਼ਨ ਡੀ ਜਿਹੜੀ ਹੈਗੀ ਆ ਉਹ ਕਰੈਕਟ ਆਪਸ਼ਨ ਹੈ ਇਹਦੀ। ਫਿਰ ਹੈ ਫਰਨ ਡਿਫਰਸ ਫਰੋਮ ਦਾ ਮੋਸਿਸ ਇਜ਼ ਹੈਵਿੰਗ, ਕਿ ਫਰਨ ਜਿਹੜੀ ਹੈਗੀ ਆ ਮੋਸਿਸ ਤੋਂ ਅਲੱਗ ਕਿੱਦਾਂ ਹੈਗੀ ਆ, ਕੀ ਫ਼ਰਕ ਆ ਫਰਨ ਔਰ ਮੋਸਿਸ ਦੇ ਵਿੱਚ, ਕਿ ਫਰਨ ਦੇ ਵਿੱਚ ਇੰਡੀਪੈਂਡੈਂਟ ਗੈਮੀਟੋਫਾਈਟ ਹੁੰਦਾ ਆ, ਇੰਡੀਪੈਂਡੈਂਟ ਸਪੋਰੋਫਾਈਟ ਆ ਇਹ, ਜਾਂ ਆਰਕੀਗੋਨੀਆ ਪ੍ਰੈਜ਼ੈਂਟ ਆ ਇਹਦੇ ਵਿੱਚ। ਆਪਸ਼ਨ ਡੀ ਹੈ ਸਵਿਮਿੰਗ ਐਂਥੀਰੋਜ਼ੋਇਡਸ। ਸੋ ਇਹਦੇ ਵਿੱਚ ਜਿਹੜੇ ਫਰਨਸ ਹੁੰਦੇ ਹੈਗੇ ਆ, ਠੀਕ ਹੈ, ਟੈਰੀਡੋਫਾਈਟਸ ਜਿਹੜੇ ਹੈਗੇ ਉਹ ਬਰਾਇਓਫਾਈਟਸ ਤੋਂ ਅਲੱਗ ਕਿੱਦਾਂ, ਇਹ ਟੈਰੀਡੋਫਾਈਟ ਆ, ਇਹ ਬਰਾਇਓਫਾਈਟ ਆ। ਹੁਣ ਕਹਿੰਦੇ ਇਹਨਾਂ 'ਚ ਫ਼ਰਕ ਕੀ ਹੈਗਾ, ਕਿਉਂ ਇਹ ਜਿਹੜਾ ਫਰਨ ਹੈਗਾ ਇਹ ਅਲੱਗ ਆ, ਕਿਉਂਕਿ ਇਹਦੇ ਵਿੱਚ ਇੰਡੀਪੈਂਡੈਂਟ ਸਪੋਰੋਫਾਈਟ ਹੁੰਦੇ, ਜਿੱਦਾਂ ਆਪਾਂ ਪੜ੍ਹਿਆ ਕਿ ਜਿਹੜੇ ਮੋਸਿਸ ਹੈਗੇ ਆ, ਜਿਹੜੇ ਬਰਾਇਓਫਾਈਟਸ ਹੁੰਦੇ ਇਹਦੇ ਵਿੱਚ ਤਾਂ ਗੈਮੀਟੋਫਾਈਟ ਅਤੇ ਸਪੋਰੋਫਾਈਟ ਮਿਕਸ ਹੁੰਦੇ ਹੈਗੇ, ਮਤਲਬ ਇੱਕ ਦੂਜੇ 'ਤੇ ਡਿਪੈਂਡ ਕਰਦੇ ਹੈਗੇ ਆ, ਜਦ ਕਿ ਇਹਦੇ ਵਿੱਚ ਜਿਹੜੇ ਸਪੋਰੋਫਾਈਟ ਆ ਉਹ ਇੰਡੀਪੈਂਡੈਂਟ ਹੁੰਦੇ ਆ ਫਰਨ ਦੇ ਵਿੱਚ। ਸੋ ਇਹਦੀ ਆਪਸ਼ਨ ਹੈਗੀ ਆਪਸ਼ਨ ਬੀ ਇੰਡੀਪੈਂਡੈਂਟ ਸਪੋਰੋਫਾਈਟ। ਫਿਰ ਹੈ ਫਲੂਇਮ ऑफ द जिम्नोस्पर्म डिफर फ्रॉम एंजियोस्पर्म इज़ हैविंग, कि ਜਿਹੜੇ जिम्नोस्पर्म ਹੈਗੇ ਆ ਉਹਨਾਂ ਦੇ ਫਲੋਇਮ ਦੇ ਵਿੱਚ ਕੀ ਫ਼ਰਕ ਆ ਐਂजियोस्पर्म ਦੇ ਫਲੋਇਮ ਨਾਲੋਂ, ਹੈ ਤਾਂ ਇਹਦੇ ਵਿੱਚ ਵੀ ਫਲੋਇਮ ਔਰ जिम्नोस्पर्म 'ਚ ਵੀ ਫਲੋਇਮ ਪ੍ਰੈਜ਼ੈਂਟ ਹੈ, ਬਟ ਫ਼ਰਕ ਕੀ ਹੈਗਾ, ਪੈਰਨਕਾਈਮਾ ਦਾ ਫ਼ਰਕ ਹੈ, ਕੰਪੈਨੀਅਨ ਸੈੱਲ ਨਹੀਂ ਹੁੰਦੇ, ਸੀਵ ਟਿਊਬਸ ਨਹੀਂ ਹੁੰਦੀ, ਜਾਂ ਸਕਲਰੈਂਕਾਈਮਾ ਨਹੀਂ ਹੁੰਦਾ। ਸੋ ਇਹਦੀ ਆਪਸ਼ਨ ਹੈਗੀ ਆਪਸ਼ਨ ਬੀ, ਕਿ ਜਿਹੜੇ जिम्नोस्पर्म्स ਇਹਨਾਂ 'ਚ ਕੰਪੈਨੀਅਨ ਸੈੱਲਸ ਵਗੈਰਾ ਨਹੀਂ ਹੁੰਦੇ ਹੈਗੇ ਪ੍ਰੈਜ਼ੈਂਟ, ਜਦ ਕਿ ਐਂजियोस्पर्म 'ਚ ਪ੍ਰੈਜ਼ੈਂਟ ਹੁੰਦੇ ਹੈਗੇ ਆ ਸਾਰੇ, ਠੀਕ ਹੈ। ਸੋ ਆਪਸ਼ਨ ਬੀ ਆਏਗੀ ਕੰਪੈਨੀਅਨ ਸੈल्स। फिर है सरगासो सी इज़ नेम्ड आफ्टर द नेम ऑफ एल्गई सरगाजम, दिस एल्गई बिलोंग्स टू विच वन ऑफ द फॉलोइंग ग्रुप्स। ਹੁਣ ਕਹਿੰਦੇ ਕਿ ਇਹ ਜਿਹੜੀ ਸਰਗਾਸੋ ਸੀ ਆ, ਇੱਕ ਸੀ ਦਾ ਨਾਮ ਰੱਖਿਆ ਸਰਗਾਸੋ ਸੀ, ਠੀਕ ਹੈ, ਕਿਉਂ ਰੱਖਿਆ ਗਿਆ, ਕਿਉਂਕਿ ਉਹਦੇ ਵਿੱਚ ਐਲਗਈ ਜ਼ਿਆਦਾ ਆ, ਕਿਹੜੀ ਸਰਗਾਸਮ ਐਲਗਈ ਜ਼ਿਆਦਾ ਪਾਈ ਜਾਂਦੀ ਹੈ, ਇਸ ਕਰਕੇ ਉਹਦਾ ਨਾਮ ਹੀ ਸਰਗਾਸੋ ਸੀ ਰੱਖ ਦਿੱਤਾ। ਹੁਣ ਕਿਹੜੀ ਇਹਦੇ ਵਿੱਚ ਐਲਗਈ ਪ੍ਰੈਜ਼ੈਂਟ ਹੁੰਦੀ ਆ, ਬਲੂ ਗ੍ਰੀਨ ਐਲਗੀ, ਰੈਡ ਐਲਗੀ, ਬਰਾਊਨ ਐਲਗੀ ਜਾਂ ਗ੍ਰੀਨ ਐਲਗੀ। ਸੋ ਇਹਦੇ ਵਿੱਚ ਪ੍ਰੈਜ਼ੈਂਟ ਹੈਗੀ ਬਰਾਊਨ ਐਲਗੀ, ਠੀਕ ਹੈ, ਫਾਈਕੋਐਰੀਥ੍ਰਿਨ ਆਈ ਥਿੰਕ ਇਹਦੇ ਵਿੱਚ ਪ੍ਰੈਜ਼ੈਂਟ ਹੁੰਦਾ, ਉਹਦੀ ਵਜ੍ਹਾ ਦੇ ਨਾਲ ਇਹ ਬਰਾਊਨ ਕਲਰ ਦੀ ਹੁੰਦੀ ਆ, ਕਲੋਰੋਫਿਲ ਦੇ ਨਾਲ ਪ੍ਰੈਜ਼ੈਂਟ ਹੁੰਦਾ ਪਿਗਮੈਂਟ ਵੀ, ਠੀਕ ਹੈ। ਸੋ ਇਹ ਬਰਾਊਨ ਐਲਗੀ ਜਿਹੜੀ ਹੈਗੀ ਸਭ ਤੋਂ ਜ਼ਿਆਦਾ ਆ ਔਰ ਸਰਗਾਸਮ ਇਹਦੇ ਅੰਦਰ ਹੀ ਆਉਂਦਾ ਆ, ਇਸ ਕਰਕੇ ਇਹਦਾ ਨਾਮ ਸੀ ਦਾ ਨਾਮ ਸਰਗਾਸੋ ਸੀ ਰੱਖ ਦਿੱਤਾ ਗਿਆ। ਫਿਰ ਹੈ ਵਿਚ ਆਫ ਦ ਫੋਲੋਇੰਗ ਅਬਾਊਟ ਦ ਪਲਾਂਟ ਇਜ਼ ਇਨਕੋਰੈਕਟ, ਕਿ ਪਲਾਂਟਸ ਬਾਰੇ ਕਿਹੜੀ ਸਟੇਟਮੈਂਟ ਜਿਹੜੀ ਉਹ ਗਲਤ ਆ। ਆਲ ਆਰ ਯੂਕੈਰੀਓਟਿਕਸ, ਦੇ ਆਰ ਮਲਟੀ ਸੈਲੂਲਰ ਨੋਨ ਮੋਟਾਈਲ ਆਰਗੈਨਿਜ਼ਮਸ, ਕਿ ਆਲ ਆਰ ਹੀਟੀਰੋਟ੍ਰੋਪਸ। ਹੁਣ ਦੇਖੋ ਜਿਹੜੇ ਪਲਾਂਟਸ ਹੈਗੇ ਉਹਨਾਂ ਨੂੰ ਲੈ ਕੇ ਜਿਹੜੀ ਇਨਕੋਰੈਕਟ ਸਟੇਟਮੈਂਟ ਆ ਉਹ ਦੱਸਣੀ ਆ। ਦੇਖੋ ਸਾਰੇ ਯੂਕੈਰੀਓਟਿਕਸ ਹੁੰਦੇ, ਬਿਲਕੁਲ ਹੁੰਦੇ ਤਾਂ ਹੈਗੇ ਆ, ਮੈਕਸੀਮਮ ਯੂਕੈਰੀਓਟਿਕ ਹੀ ਆ ਸਭ ਦੇ ਸਭ, ਹੈ ਨਾ, ਮੈਕਸੀਮਮ ਕੀ ਸਭ ਹੀ ਯੂਕੈਰੀਓਟਿਕ ਹੀ ਹੁੰਦੇ ਆ। ਫਿਰ ਮਲਟੀ ਸੈਲਰ ਆ ਬਿਲਕੁਲ ਹੈਗੇ, ਨੋਨ ਮੋਟਾਈਲ ਆਰਗੈਨਿਜ਼ਮਸ, ਕੁਛ ਪਲਾਂਟ ਜਿਹੜੇ ਨੋਨ ਮੋਟਾਈਲ ਆਰਗੈਨਿਜ਼ਮਸ ਦੀ ਫਾਰਮ 'ਚ ਹੁੰਦੇ ਆ, ਕਿਉਂਕਿ
हैबिटेट के अकॉर्डिंग इन्हों रिस्पोंड करना पैंदा। सो ऑल आर हीटेरोट्रॉप्स कि प्लांट सारे हीटेरोट्रॉप्स सारे के सारे हीटेरोट्रॉप्स होंगे नहीं, ज़्यादातर तो ऑटोट्रॉप्स होंगे ना, जिहड़े कुछ प्लांट जिन्हां च नाइट्रोजन की कमी होंदी है वही इंसैक्टिवोरस प्लांट वगैरह बनते हैं, अदरवाइज तो सारे ऑटोट्रॉप्स होंगे। सो डी ऑप्शन जी है इनकोरैक्ट ऑप्शन है यदि, ठीक है, ऑल आर हीटेरोट्रॉप्स गलत है, ये इनकोरैक्ट स्टेटमेंट है। सो अपना ये ऑप्शन आएगी। फिर है गैमीट्स इन द राइजोपस डेवलप इन स्पैशली फॉर्मड सैल्स आर नोन एज, कि जी हुण राइजोपस आ, ठीक है, राइजोपस की हैगी फंजाई आ एक, हुण कहंदे जिहड़ी ये राइजोपस हैगी आ इहदे गैमीट्स जिहड़ी हैगी आ वो किसी एक स्पैशल फॉर्म स्पैशली सैल दे विच बनदे, वो किहड़े सैल्स हैगे आ हुण जिन्हां दे विच ये राइजोपस बनदे आ। ऑप्शन ए है गैमीटैंजिया, एंथ्रीडिया, प्रो प्रोगैमीटैंजिया एंड सस्पेंसर सैल्स। हुण इहदी ऑप्शन हैगी ऑप्शन ए गैमीटैंजिया, ठीक है, कि जिहड़ी ये हुण फंजाई हुंदी हैगी है इहदे विच ए सैक्शुअल रिप्रोडक्शन भी हुंदी, सैक्शुअल रिप्रोडक्शन भी हुंदी आ। और अगर आपां सैक्शुअल रिप्रोडक्शन की गल करिए तो उहदे विच गैमीट्स फॉर्म होण दे लई गैमीटैंजिया की जरूरत हुंदी हैगी आ, ठीक है। सो ये स्पैशल सैल्स हुंदे आ जिन्हां दे विच फंजाई दे की बनदे हैगे गैमीट्स फॉर्म हुंदे आ। सो ऑप्शन हैगी ऑप्शन ए गैमीटैंजिया आएगा इहदा। फिर है द एल्गई विच हेल्प्स इन द फिक्सेशन ऑफ द एटमोस्फेरिक नाइट्रोजन बिलोंग्स टू विच क्लास, कि ਉਹ एल्गई ਜਿਹਦੀ कि नाइट्रोजन फिक्सेशन करन च हैल्प करदी आ ਉਹ ਕਿਹੜੀ क्लास च आंदी आ। रोडोफाइसी, बी है साइनोफाइसी, सी है क्लोरोफाइसी, डी है फायोफाइसी। सो यदी ऑप्शन हैगी ऑप्शन बी साइनोफाइसी। देखो रोडोफाइसी च रैड एल्गी, क्लोरोफाइसी च ग्रीन एल्गी और फायोफाइसी च ब्राउन एल्गी आ जाती है। सो ये जिहड़ी हैगी आ ये सब जिहड़ियां हैगी इन्हां दा अपना अपना फंक्शन फोटोसिंथेसिस वगैरह या होर इन्हां दे अपने फंक्शन होंदे आ। हुण जिहड़ी साइनोफाइसी है, ठीक है, ये अगे डिटेल च थोड़ा आंदा है। जिहड़ी साइनोफाइसी है बेसिकली तो आपां तीन ही पढ़दे हैगे आ, इस तो अगे जिहड़ी साइनोफाइसी हुंदी हैगी आ ये अलग कैटेगरी च आंदी हैगी जिहड़ी कि मतलब नाइट्रोजन फिक्सेशन करती हैगी है, ठीक है। सो साइनोफाइसी च साइनो बैक्टीरिया वगैरह आ जाते हैं, एनाबीना नॉस्टोक वगैरह, ठीक है, जिहड़े कि एसोसीएशन करके नाइट्रोजन फिक्सेशन च हैल्प करते। सो ऑप्शन हैगी ऑप्शन बी साइनोफाइसी। नैक्सट है 16th क्वेश्चन अपना कि इन इफ़ द क्रोमोजोम नंबर ऑफ द लीफ ऑफ फुनेरिया इज़ 20 वट विल बी द क्रोमोजोम नंबर इन द स्पोर्स, कि अगर फुनेरिया जो है उहदियां लीव्स दे क्रोमोजोम किन्ने हैगे 20 क्रोमोजोम्स आ लीफ दे विच, तो उहदे स्पोर्स च किन्ने क्रोमोजोम होणगे 5 10 20 के 40। सो इहदी ऑप्शन हैगी ऑप्शन बी 10, ठीक है। स्पोर्स देखो हैप्लॉइड फॉर्म दे विच हुंदे आ, ठीक है, कि जिहड़े इन्हां दे स्पोर्स हैगे आ ओह प्लांट स्टेज च हैप्लॉइड स्टेज च प्रैजेंट होंगे, मतलब एन नंबर, ठीक है। इसका मतलब अगर लीव्स जिहड़ियां हैगियां उन्हां च क्रोमोजोम नंबर 20 हैगे आ, मान लो 2n हैगे आ, ठीक है, तो इन्हां दी हैप्लॉइड फॉर्म की होएगी n होएगी, मतलब 20 का की होएगा हाफ 10 होएगा, ठीक है। सो इहदी ऑप्शन हैगी ऑप्शन बी 10, ठीक है। फिर है 17th क्वेश्चन इन फर्नस आर्किगोनिया अकर जोन, कि जिहड़े फर्नस हुंदे हैगे आ उन्हां च आर्किगोनिया फीमेल पार्ट हुंदा है, ठीक है। एंथ्रीडिया और आर्किगोनिया दो पार्ट होंगे, एंथ्रीडिया मेल पार्ट एंड आर्किगोनिया फीमेल पार्ट। कितने प्रैजेंट होंगे लीव्स के उत्ते, रूट्स, स्पोरोफाइट के प्रोथैलस के उत्ते प्रैजेंट होंगे। सो ये प्रोथैलस के उत्ते प्रैजेंट होंगे। सो ऑप्शन हैगी ऑप्शन डी प्रोथैलस। अगर तुसी पिछलियां वीडियोज़ देखो प्लेलिस्ट दे विच ते उहदे विच सारा कुछ डिटेल दे विच आपां कीता होया आ, ठीक है। सो तुसी इहदी डिटेल करके फिर MCQs कर सकते हो। नेक्स्ट क्वेश्चन है ईच स्टैमन इन द साइकस रिप्रैजेंट इज़ द रिप्रैजेंटेशन ऑफ, कि हर एक स्टैमन जिहड़ा साइकस है हुण, ठीक है, साइकस हुंदे हैगे आ, साइकस दे हर स्टैम जिहड़ा हैगा वो स्टैमन मील पार्ट की रिप्रैजेंटेशन करदा हैगा माइक्रोस्पोरोफिल दी, माइक्रोस्पोरेंजिया दी, मैगास्पोरोफिल दी कि मैगास्पोरेंजियम दी, ठीक है। हुण स्पोरेंजियम कि स्पोरोफिल की किहड़ी रिप्रैजेंटेशन हुंदी हैगी इहदे विच, ये हुंदी हैगी हुण स्टैमन आपां नूं पता मील पार्ट हैगा है, ठीक है। सो स्पोर दे विच मेनली प्रैजेंट हुंदे, सो की आएगा माइक्रोस्पोरोफिल। हर एक स्टैमन जिहड़ा हुंदा वो कादी रिप्रैजेंटेशन आ माइक्रोस्पोरोफिल दी। फिर है 20th क्वेश्चन विच ऑफ द फॉलोइंग ऑर्डर सर्व्स एज अ कनैक्टिंग लिंक बिटवीन द एंजियोस्पर्म एंड जिम्नोस्पर्म, एंजियोस्पर्म और जिम्नोस्पर्म दे विच मेन किहड़ी इदां दी चीज़ हैगी जिहड़ा इन्हां दोनां नूं कनैक्ट करदा आपस दे विच, ठीक है। सो इहदी ऑप्शन है अपने तो नेटल्स, कॉनीफरल्स, गिंकगोल्स एंड साइकैडल्स। सो इहदी ऑप्शन हैगी नेटल्स, ठीक है। कॉनीफर्स, गिंको और साइडल्स जिहड़ी हैगी आ ये अलग होंदे आ, ठीक है। मीन जिहड़ा हुंदा आ
ਜਿੱਦਾਂ ਕਿ ਰੂਟਸ ਸੀਡਸ ਦੀ ਗੱਲ ਕਰੀਏ ਤਾਂ ਇਹਨਾਂ ਦੇ ਵਿੱਚ ਸੀਡਸ ਜਿਹੜੀਆਂ ਹੈਗੀਆਂ ਉਹ ਕਾਮਨ ਹੁੰਦੀਆਂ, ਐਂਜੀਓਸਪਰਮਸ 'ਚ ਵੀ ਹੁੰਦੀਆਂ, ਜ਼ਿਮਨੋਸਪਰਮਸ 'ਚ ਵੀ ਹੁੰਦੀਆਂ, ਬਸ ਇੰਨਾ ਕੁ ਫਰਕ ਆ, ਜ਼ਿਮਨੋਸਪਰਮ 'ਚ ਨੈਕਡ ਸੀਡਸ ਆ ਔਰ ਐਂਜੀਓਸਪਰਮ 'ਚ ਕਲੋਜ਼ ਸੀਡਸ ਹੈਗੀਆਂ, ਠੀਕ ਹੈ। ਸੋ ਜਿਹੜੀਆਂ ਸੀਡਸ ਦੇ ਬੇਸ 'ਤੇ ਕੀ ਆ ਜਾਂਦਾ ਹੈ, ਗਨੈਟਲਸ ਜਿਹੜੇ ਹੁੰਦੇ ਆ ਜਿਹਨੂੰ ਅਸੀਂ ਨੈਟਲਸ ਕਹਿ ਸਕਦੇ ਹਾਂ, ਸੋ ਇਹ ਕਾਮਨ ਪਾਏ ਜਾਂਦੇ ਆ, ਕਨੈਕਟਿਵ ਲਿੰਕ ਹੈਗੇ ਐਂਜੀਓਸਪਰਮ ਔਰ ਜ਼ਿਮਨੋਸਪਰਮ ਦਾ। ਇਹ ਆਰਡਰ ਹੈਗਾ, ਠੀਕ ਹੈ, ਸੀਡਸ ਪ੍ਰੈਜ਼ੈਂਟ ਹੋਣ ਦਾ ਜਿਹੜਾ ਆਰਡਰ ਹੈਗਾ ਉਹ ਹੈਗਾ ਨੈਟਲਸ, ਠੀਕ ਹੈ। ਸੋ ਆਪਾਂ ਇਸ ਕਰਕੇ ਇਹਦੀ ਆਪਸ਼ਨ ਲਵਾਂਗੇ ਆਪਸ਼ਨ ਏ ਨੈਟਲਸ, ਠੀਕ ਹੈ। ਸੋ ਇਹ ਸਭ ਜਿਹੜੇ MCQs ਹੈ ਇਹ ਪਿਛਲੇ ਜਿਹੜੇ ਕੁਐਸਚਨ ਪੇਪਰਸ ਹੈ ਜਿੱਦਾਂ 2021 ਦਾ 17 ਦਾ 20 ਵਾਲਾ ਜਿਹੜਾ ਕੁਐਸਚਨ ਪੇਪਰ ਜੋ ਵੀ ਬੋਟਨੀ ਦਾ ਆਇਆ ਹੋਇਆ, ਬਿਲਕੁਲ ਉਹਨਾਂ ਦਾ ਐਨਾਲਿਸਿਸ ਕਰਕੇ ਕੁਐਸਚਨਸ ਮੈਂ ਉਹਨਾਂ 'ਚੋਂ ਨਿਕਾਲੇ ਹੋਏ ਆ। ਸੋ ਇਹਨਾਂ ਕੁਐਸਚਨਸ ਨੂੰ ਅੱਛੇ ਤਰੀਕੇ ਨਾਲ ਕਰ ਲੈਣਾ, ਇਹ ਸਾਰੇ ਆਪਣੇ ਸਿਲੇਬਸ ਨਾਲ ਰਿਲੇਟਿਡ ਹੈਗੇ, ਜੋ ਵੀ ਆਪਾਂ ਕੀਤਾ ਉਹਨਾਂ ਦੇ ਵਿੱਚੋਂ ਹੀ ਬਣ ਜਾਂਦੇ ਹੈਗੇ ਆ। ਸੋ ਬਹੁਤ ਹੀ ਇੰਪੋਰਟੈਂਟ ਹੈ, NCERT ਨੂੰ ਬਿਲਕੁਲ ਅੱਛੇ ਤਰੀਕੇ ਦੇ ਨਾਲ ਕਰੋ, ਉਹਦੇ ਵਿੱਚੋਂ ਹੀ ਕਾਫੀ ਕੁਛ ਨਿਕਲ ਆਉਂਦਾ ਹੈਗਾ, ਠੀਕ ਹੈ। ਸੋ ਆਪਣਾ ਮੇਨ ਸਾਰਾ ਇਹਨਾਂ ਚੀਜ਼ਾਂ ਦੇ ਉੱਤੇ ਫੋਕਸ ਹੈਗਾ, ਜਿਹੜਾ ਕੁਛ ਅਲੱਗ ਹੋਏਗਾ, ਜਿੱਦਾਂ ਲਾਸਟ ਕੁਐਸਚਨ ਹੈ ਥੋੜ੍ਹਾ ਅਲੱਗ ਹੈਗਾ, ਇਹਦੇ ਬਾਰੇ ਆਪਾਂ ਥੋੜ੍ਹੀ ਅਲੱਗ ਜਿੱਦਾਂ ਅਲੱਗ ਕੁਐਸਚਨਸ ਹੈਗੇ ਥੋੜ੍ਹੇ ਡਿਟੇਲ 'ਚ ਉਹਨਾਂ ਬਾਰੇ ਥੋੜ੍ਹੇ ਡਿਟੇਲ 'ਚ ਕਰਾਂਗੇ। ਸੋ ਬਾਕੀ ਕਰਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਐਂਜੀਓਸਪਰਮਸ ਦੇ MCQs।